ਸਤਿ ਸ੍ਰੀ ਅਕਾਲ। ਮੈਂ ਸੁਖਿੰਦਰ ਸਿੰਘ, ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੇਰੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਇੱਕ ਸਵਾਲ ਜਿਹੜਾ ਅਕਸਰ ਸਿਆਸਤ ਦੇ ਉੱਤੇ ਜਾਂ ਲੋਕਾਂ ਦੇ ਉੱਤੇ ਉੱਠਦਾ ਜਦੋਂ ਵੋਟਾਂ ਨੇੜੇ ਆ ਜਾਂਦੀਆਂ ਨੇ ਤਾਂ ਲੋਕ ਇਹਨਾਂ ਤੋਂ ਜਦੋਂ ਜਵਾਬ ਮੰਗਦੇ ਨੇ ਤਾਂ ਲੋਕ ਇੱਕ ਪਾਸੇ ਇਹੋ ਜਿਹੇ ਪਾਸੇ ਦੇਖਦੇ ਨੇ ਕਿ ਲੋਕਾਂ ਨੂੰ ਏਦਾਂ ਲੱਗਦਾ ਕਿ ਹੁਣ ਸਰਕਾਰ ਜੇ ਬਦਲਣੀ ਹੈ ਤਾਂ ਬਦਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਪੰਜਾਬ ਦੀ ਸਿਆਸਤ ਦੀ ਖਾਸ ਕਰ ਗੱਲ ਇਸ ਲਈ ਕਿ ਕੋਈ ਕਹਿੰਦਾ ਅਕਾਲੀ ਦਲ ਵੱਲ ਝੁਕਾਅ ਨਹੀਂ ਹੋਣਾ ਚਾਹੀਦਾ, ਕੋਈ ਕਾਂਗਰਸ ਨੂੰ ਉਹਨਾਂ ਦੇ ਵਾਅਦੇ ਯਾਦ ਕਰਾਉਂਦਾ, ਲਾਰੇ ਯਾਦ ਕਰਾਉਂਦਾ, ਕੋਈ ਆਮ ਆਦਮੀ ਪਾਰਟੀ ਦੀ ਨੁਕਤਾਚੀਨੀ ਕਰਦਾ। ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਤਾਂ ਇਹਦੇ ਵਿਚਾਲਿਓਂ ਇੱਕ ਹੋਰ ਸਵਾਲ ਉੱਠ ਖੜਦਾ ਹੈ ਕਿ ਆਖਿਰਕਾਰ ਜੇ ਇਹਨਾਂ ਵਿੱਚੋਂ ਕੋਈ ਵੀ ਪਾਰਟੀ ਜਿਹੜੀ ਆ ਉਹ ਪੰਜਾਬ ਪ੍ਰਸਤ ਜਾਂ ਨਹੀਂ ਲੱਗਦੀ, ਕੋਈ ਉਮੀਦਵਾਰ ਜਿਹੜੇ ਨੇ ਉਹ ਚੰਗੇ ਨਹੀਂ ਲੱਗਦੇ, ਤਾਂ ਫਿਰ ਕਿਸ ਦੀ ਚੋਣ ਹੋਵੇ ਤੇ ਕਿਵੇਂ ਹੋਵੇ, ਲੋਕਾਂ ਨੂੰ ਆਪਣੇ ਅਧਿਕਾਰ ਦਾ, ਆਪਣੇ ਹੱਕਾਂ ਦਾ ਕਿਵੇਂ ਪਤਾ ਲੱਗੇ, ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਹਮੀਰ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਲੋਕ ਸਵਾਲ ਪੁੱਛਦੇ ਨੇ, ਲਗਾਤਾਰ ਕਮੈਂਟ ਦੇ ਵਿੱਚ ਆਉਂਦਾ ਹੈ ਕਿ ਕਿਹੜੇ ਉਮੀਦਵਾਰ ਨੂੰ ਅਸੀਂ ਚੁਣੀਏ, ਕਿਹਦੀ ਸਰਕਾਰ ਬਣਨੀ ਚਾਹੀਦੀ ਹੈ। ਜਦੋਂ ਅਸੀਂ ਲਾਰਿਆਂ ਤੇ ਵਾਅਦਿਆਂ ਨੂੰ ਦੇਖਦੇ ਹਾਂ, ਗਰੰਟੀਆਂ ਨੂੰ ਦੇਖਦੇ ਹਾਂ, ਚੋਣਾਂ ਦੇ ਵਿੱਚ ਗਰੰਟੀਆਂ ਮਿਲਣ ਲੱਗ ਜਾਂਦੀਆਂ, ਆਟਾ ਦਾਲ ਸਕੀਮ ਨੂੰ ਦੇਖਦੇ ਹਾਂ, ਮੁਫਤਖੋਰੀ ਦੀ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ ਦੇਖਦੇ ਆ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲੀ ਨਿਸ਼ਾਨਦੇਹੀ ਇਹਨਾਂ ਗੱਲਾਂ 'ਚ ਹੋਣੀ ਚਾਹੀਦੀ ਹੈ ਕਿ ਲੋਕਾਂ ਦੀ ਜਾਂ ਪੰਜਾਬ ਦੀ ਲੋੜ ਕੀ ਹੈ, ਕਿਹੜੀਆਂ ਉਹ ਗੱਲਾਂ ਨੇ, ਕਿਹੜੇ ਉਹ ਮੁੱਦੇ ਨੇ, ਕਿਹੜੇ ਉਹ ਸੰਭਾਵਨਾਵਾਂ ਨੇ ਜਿਹਦੇ ਨਾਲ ਹੀ ਪੰਜਾਬ ਅੱਗੇ ਵੱਧ ਸਕਦਾ ਜਾਂ ਕੋਈ ਕੀ ਹੋ ਸਕਦਾ। ਕੀ ਜਿਹੜੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਹੋਣਗੀਆਂ ਜਾਂ ਇਸ ਸਮੇਂ ਹੈਗੀਆਂ ਨੇ ਉਹ ਉਹਦੇ ਨਾਲ ਮੈਚ ਕਰਦੀਆਂ। ਇਹਦਾ ਮਤਲਬ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਵੋਟਰ ਹੈ ਉਹ ਵੋਟਰ ਬਣ ਕੇ ਇਕੱਲਾ ਕਿਉਂ ਸੋਚਦਾ। ਜਦੋਂ ਇਕੱਲਾ ਵੋਟਰ ਬਣ ਕੇ ਸੋਚੇਗਾ ਤਾਂ ਉਹਦੇ ਕੋਲ ਇੱਕੋ ਹੀ ਆਪਸ਼ਨ ਹੋਏਗੀ, ਇੱਕੋ ਹੀ ਪੁੱਛੂਗਾ ਉਹ ਕਿ ਮੈਂ ਕਿਹਨੂੰ ਵੋਟ ਪਾਵਾਂ। ਜਦੋਂ ਦੇਸ਼ ਦਾ ਨਾਗਰਿਕ ਬਣ ਕੇ, ਇੱਕ ਜਿੰਦਾ ਜਾਗਦਾ ਇਨਸਾਨ ਬਣ ਕੇ ਤੇ ਜਮਹੂਰੀਅਤ 'ਚ ਆਪਣੇ ਦਖਲ ਕਰਕੇ ਦੇਖੇਗਾ, ਫਿਰ ਉਹ ਹੋਰ ਥਾਂ ਤੋਂ ਸ਼ੁਰੂ ਹੋਏਗਾ ਕਿ ਮੇਰੀ ਕੀ ਜ਼ਿੰਮੇਵਾਰੀ ਹੈ, ਮੈਂ ਕੀ ਕਰਨਾ ਇਸ ਮਾਮਲੇ ਦੇ ਵਿੱਚ। ਤੇ ਪਹਿਲਾਂ ਲੋਕਾਂ ਨੂੰ ਆਪਦੇ ਤੋਂ ਸ਼ੁਰੂ ਕਰਨਾ ਪਏਗਾ ਔਰ ਆਪਣੇ 'ਚ ਇੱਕ ਜਾਗਰੂਕਤਾ ਮੁਹਿੰਮ ਦਾ ਸਵਾਲ, ਪੰਜਾਬ ਨੂੰ ਕੀ ਚਾਹੀਦਾ ਇਹਦੇ ਤੇ ਚਰਚਾ ਕਰਨ ਦੀ ਲੋੜ ਹੈ, ਕਿਉਂਕਿ ਫਿਰ ਇੱਕ ਉਹ ਮਾਪਦੰਡ ਬਣ ਜਾਊਗਾ। ਫਿਰ ਉਸੇ ਮਾਪਦੰਡ ਤੇ ਤੁਸੀਂ ਪਰਖੋਗੇ ਨਾ ਕਿਸੇ ਨੂੰ, ਨਹੀਂ ਤਾਂ ਤੁਸੀਂ ਪਰਖ ਹੀ ਨਹੀਂ ਸਕਦੇ ਫਿਰ ਵੋਟ ਕਿਹਨੂੰ ਪਾਓਗੇ ਕਿਹਨੂੰ ਨਹੀਂ ਪਾਓਗੇ ਜੇ ਤੁਹਾਡੇ ਕੋਲ ਕੋਈ ਫਾਰਮੂਲਾ ਨਹੀਂ ਹੈ। ਹੁਣ ਸਵਾਲ ਇਹ ਹੈ ਕਿ ਪੰਜਾਬ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਕੀ ਨੇ, ਕਿਹੋ ਜਿਹੇ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਿਹਾ। ਪੰਜਾਬ ਬਹੁਤ ਵੱਡੇ ਮਾਮਲਿਆਂ ਨਾਲ ਜੂਝ ਰਿਹਾ ਹੈ ਜਿਹਦੇ 'ਚ ਮਤਲਬ ਇਸ ਲੈਵਲ ਦਾ ਮਾਮਲਾ ਹੈ ਕਿ ਸਾਡਾ ਵਾਤਾਵਰਨ ਬਿਲਕੁਲ ਖਰਾਬ ਹੈ, ਪਾਣੀ ਮੁੱਕ ਰਿਹਾ ਹੈ, ਬਾਕੀ ਚੀਜ਼ਾਂ ਨੇ, ਵੱਡੀਆਂ ਚੀਜ਼ਾਂ ਜਿਹੜੀਆਂ ਨੇ ਵੱਡੇ ਦਾਇਰੇ ਦੇ ਵਿੱਚ, ਹੋਂਦ ਨੂੰ ਖਤਰਾ ਜਿਹਦੀ ਗੱਲ ਕਰਦੇ। ਔਰ ਕਿਸਾਨ ਮਜ਼ਦੂਰ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀ ਕਰ ਰਿਹਾ ਲਗਾਤਾਰ, ਤੇ ਅਜੇ ਵੀ ਉਹ ਅੰਦੋਲਨ ਚੱਲ ਰਿਹਾ 3 ਕਾਨੂੰਨਾਂ ਲਈ। ਹਾਲਾਂਕਿ 3 ਕਾਨੂੰਨ ਵਾਪਸ ਹੋਣੇ ਚਾਹੀਦੇ ਨੇ, MSP ਤੇ ਕਾਨੂੰਨ ਦੀ ਖਰੀਦ ਦੀ ਗਰੰਟੀ ਹੋਣੀ ਚਾਹੀਦੀ ਹੈ, ਪਰ ਉਦੋਂ ਬਾਅਦ ਵੀ ਖੇਤੀ ਤਾਂ ਉਦੋਂ ਪਹਿਲਾਂ ਵੀ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਿਹਾ ਹੈ, ਤੇ ਖੇਤੀ ਦਾ ਮਾਡਲ ਕੀ ਹੋਵੇ, ਕਿਸ ਤਰੀਕੇ ਨਾਲ ਅਸੀਂ ਇਹਨੂੰ ਤਬਦੀਲ ਕਰ ਸਕਦੇ ਹਾਂ, ਅਸੀਂ ਕੀ ਉਮੀਦ ਚਾਹੁੰਦੇ ਹਾਂ। ਔਰ ਜੇਕਰ ਅਸੀਂ ਚਾਹੁੰਦੇ ਹਾਂ ਬੜੇ ਲੰਬੇ ਸਮੇਂ ਤੋਂ 30 ਸਾਲਾਂ ਤੋਂ ਕਿ ਇੱਥੇ ਫਸਲੀ ਵੰਨ-ਸੁਵੰਨਤਾ ਹੋਣੀ ਚਾਹੀਦੀ ਹੈ, ਡਾਇਵਰਸਿਫਿਕੇਸ਼ਨ ਹੋਣੀ ਚਾਹੀਦੀ ਹੈ, ਤਾਂ ਹੁਣ ਤੱਕ ਕਿਉਂ ਨਹੀਂ ਹੋਈ, ਜਾਂ ਫਿਰ ਕਿਹੜੀਆਂ ਚੀਜ਼ਾਂ ਨਾਲ ਹੋ ਸਕਦੀ ਹੈ ਜਿਹਦੇ ਨਾਲ ਸਾਡਾ ਪਾਣੀ ਵੀ ਬਚੇ ਤੇ ਸਾਡੀਆਂ ਬਾਕੀ ਚੀਜ਼ਾਂ ਵੀ ਬਚਣ। ਤੇ ਇਸੇ ਤਰੀਕੇ ਨਾਲ ਵੱਖ-ਵੱਖ ਵਰਗਾਂ ਦਾ ਸਵਾਲ ਹੈ ਰੁਜ਼ਗਾਰ ਦਾ। ਰੁਜ਼ਗਾਰ ਇੱਕ ਐਡਾ ਵੱਡਾ ਇਸ਼ੂ ਹੈ ਕਿ ਇੱਥੇ ਸਹੀ ਰੁਜ਼ਗਾਰ ਨਾ ਹੋਣ ਕਰਕੇ ਸਾਡੇ ਬੱਚੇ ਵਿਦੇਸ਼ ਦੌੜ ਰਹੇ ਨੇ, ਇੱਥੇ ਸਹੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਨਾ ਕਰਕੇ ਬੱਚੇ ਵਿਦੇਸ਼ ਦੌੜ ਰਹੇ ਨੇ, ਔਰ ਜ਼ਿੰਦਗੀ ਜਿਉਣ ਦਾ ਵਸੀਲਾ ਨਹੀਂ। ਤੇ ਫਿਰ ਕਿੰਨੀ ਗਰੀਬ ਪਬਲਿਕ ਜਿਹੜੀ ਹੈ, ਜਿਹੜੇ ਨਹੀਂ ਨਾ ਵਿਦੇਸ਼ ਜਾ ਸਕਦੇ ਨੇ, ਨਾ ਇੱਥੇ ਕੋਈ ਸਾਧਨ ਹੈ, ਉਹਦੇ ਰੁਜ਼ਗਾਰ ਦਾ ਕੀ ਬਣੂਗਾ। ਇੱਕ ਤਾਂ ਪੜ੍ਹੇ ਲਿਖਿਆਂ ਦੇ ਰੁਜ਼ਗਾਰ ਦਾ ਸਵਾਲ ਹੈ, ਇੱਕ ਰੋਟੀ ਰੋਜੀ ਸਭ ਨੂੰ ਚਾਹੀਦੀ ਹੈ, ਤੇ ਦੂਜੇ ਬੰਦਿਆਂ ਦੇ ਬੇਰੁਜ਼ਗਾਰ ਦਾ ਸਵਾਲ ਹੈ ਸਾਰੇ ਲੋਕਾਂ ਨੂੰ। ਉਹਦੇ ਲਈ ਘੱਟੋ ਘੱਟ ਮਿਨੀਮਮ ਇਨਕਮ ਦੀ ਗਰੰਟੀ, ਘੱਟੋ ਘੱਟ ਆਮਦਨ ਦੀ ਗਰੰਟੀ ਦਾ ਸਵਾਲ ਕੌਣ ਉਠਾਉਂਦਾ? ਕੋਈ ਪਾਰਟੀ ਨਹੀਂ ਉਠਾਉਂਦੀ, ਤੇ ਲੋਕਾਂ ਨੂੰ ਹੀ ਉਠਾਉਣਾ ਪਏਗਾ ਉਸ ਪੱਧਰ ਤੇ। ਇਸੇ ਤਰ੍ਹਾਂ ਤਾਕਤਾਂ ਦੇ ਕੇਂਦਰੀਕਰਨ ਕਰਕੇ ਸੂਬਿਆਂ ਕੋਲ ਹੱਕ ਨਹੀਂ ਰਹੇ ਬਿਲਕੁਲ। ਬਿਜਲੀ ਕਾਨੂੰਨ ਦੁਬਾਰਾ ਲਿਆ ਰਹੇ ਨੇ, ਇਹ ਤੋਂ ਪਹਿਲਾਂ ਸਹਿਕਾਰਤਾ ਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਨਵੀਂ ਸੰਵਿਧਾਨਕ ਸੋਧ ਲਿਆ ਰਹੇ ਨੇ, ਉਹ ਵੀ ਕੇਂਦਰ ਕੋਲ ਚਲੀ ਜਾਊਗੀ ਜਦੋਂ ਉਹ ਸਾਂਝੀ ਸੂਚੀ ਚਲਾ ਗਿਆ। ਇਹ ਸਾਰਾ ਕੇਂਦਰੀਕਰਨ ਦਾ ਸਵਾਲ। ਫਿਰ ਭਾਰਤ ਤੇ ਪਾਕਿਸਤਾਨ ਦਾ ਜੇ ਝਗੜਾ ਨਿਬੜਦਾ, ਜੇ ਬਾਰਡਰ ਖੁੱਲਦੇ ਨੇ ਤਾਂ ਕਿੰਨੀਆਂ ਲੋਕਾਂ ਨੂੰ ਰੁਜ਼ਗਾਰ, ਕਿੰਨਿਆਂ ਦਾ ਵਪਾਰ ਵਧੂਗਾ, ਕਿੰਨਿਆਂ ਨੂੰ ਨੌਕਰੀਆਂ ਮਿਲ ਸਕਦੀਆਂ ਨੇ, ਉਹ ਸਾਰੇ ਸਵਾਲ ਨੇ। ਫਿਰ ਇਹ ਹੈ ਕਿ ਜਿਹੜੇ ਲੋਕਾਂ ਦੇ ਕੰਮ ਹੇਠਲੀਆਂ ਸੰਸਥਾਵਾਂ ਨੇ ਕਰਨੇ ਨੇ,
ਲੋਕਲ ਬਾਡੀ ਨੇ ਕਰਨੇ ਨੇ, ਪੰਚਾਇਤੀ ਰਾਜ ਸੰਸਥਾਵਾਂ ਨੇ ਕਰਨੇ ਨੇ। ਜੇ ਸੰਵਿਧਾਨ ਬਣਿਆ ਵੀ ਹੋਇਆ, ਸੰਵਿਧਾਨ ਦੇ ਵਿੱਚ ਸੋਧਾਂ ਵੀ ਹੋਈਆਂ ਨੇ, ਜੋ ਲਾਗੂ ਹੀ ਨਹੀਂ ਹੋ ਰਿਹਾ ਇੰਨੇ ਸਾਲਾਂ ਤੋਂ, 27-28 ਸਾਲਾਂ ਤੋਂ, ਤਾਂ ਫਿਰ ਕੀ ਕਰ ਲੂਗਾ ਕੋਈ? ਇਹਨਾਂ ਗੱਲਾਂ ਤੇ ਡਿਮਾਂਡ ਕੌਣ ਕਰ ਰਿਹਾ? ਪੰਚਾਇਤਾਂ ਇਹਨਾਂ ਗੱਲਾਂ ਤੇ ਆਪਣੇ ਹੀ ਹੱਕਾਂ ਲਈ ਨਹੀਂ ਲੜ ਰਹੀਆਂ, ਔਰ ਪੰਚਾਇਤ ਮੈਂਬਰ, ਪੰਚਾਇਤਾਂ, ਬਾਕੀ ਲੋਕ ਔਰ ਸਧਾਰਨ ਲੋਕ ਵੀ ਆਪਣੇ ਤਰੀਕੇ ਨਾਲ ਜਾਂ ਜਾਗਰੂਕ ਨਹੀਂ ਹੈ, ਜਾਂ ਜਾਗਰੂਕ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਵੀ ਨਹੀਂ ਹੋ ਰਹੀ। ਤੇ ਇਸ ਕਰਕੇ ਉਹ ਮੁੱਦਿਆਂ ਦਾ ਜਿਹੜਾ ਸਵਾਲ ਹੈ, ਜਿਹੜੇ ਲੋਕਾਂ ਦੇ ਮੁੱਦੇ ਹੁੰਦੇ ਨੇ, ਜਿਨ੍ਹਾਂ ਤੇ ਸਿਆਸਤਦਾਨ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਇਹ ਸਾਡੇ ਮੁੱਦੇ ਨੇ, ਇਹ ਤੋਂ ਬਾਹਰ ਨਹੀਂ ਤੁਸੀਂ ਜਾ ਸਕਦੇ ਜੇ ਵੋਟ ਲੈਣੀ ਹੈ। ਪਹਿਲਾ ਸਵਾਲ ਉਹ ਹੁੰਦਾ ਹੈ। ਔਰ ਇਸੇ ਕਰਕੇ ਇਹ ਹੈ ਕਿ ਜਿਹੜਾ ਥੋੜਾ ਬਹੁਤ ਇਹ ਕੰਮ ਚੱਲਦਾ ਨਾ, ਤੇ ਲੋਕਾਂ ਦਾ ਵੋਟਰ ਦੇ ਵਿਪ ਜਾਰੀ ਹੋਈ ਹੈ, ਪੈਰਲਲ ਸੰਸਦ ਚੱਲੀ ਹੈ, ਇਹ ਕੁਝ ਚੰਗੇ ਕਦਮ ਨੇ ਲੋਕਾਂ ਨੂੰ ਸਿਖਾਉਣ ਦੇ ਵਾਸਤੇ ਉਸ ਪਾਸੇ ਵੱਲ। ਇਸ ਲਈ ਅਜੇ 3-4 ਮਹੀਨੇ ਲੋਕਾਂ ਨੂੰ ਪੰਜਾਬ ਦੇ ਵਿੱਚ ਕੁਝ ਮੁੱਦਿਆਂ ਦੀ ਨਿਸ਼ਾਨਦੇਹੀ ਕਰਕੇ ਉਹਦੇ ਤੇ ਆਪਸ ਦੇ ਵਿੱਚ ਗ੍ਰਾਮ ਸਭਾਵਾਂ ਬੁਲਾਓ, ਪਿੰਡਾਂ ਦੇ ਵਿੱਚ ਇਕੱਠ ਕਰੋ, ਸ਼ਹਿਰਾਂ ਦੇ ਵਿੱਚ ਮੁਹੱਲਿਆਂ 'ਚ ਇਕੱਠ ਕਰੋ, ਇਕੱਠ ਕਰਕੇ ਆਪਸੀ ਵਿਚਾਰ ਚਰਚਾ ਦਾ ਮਾਹੌਲ ਤੇਜ਼ ਕਰੋ। ਜਨਤਕ ਜਥੇਬੰਦੀਆਂ ਰਾਹੀਂ, ਗੈਰ ਸਰਕਾਰੀ ਜਥੇਬੰਦੀਆਂ, NGOs ਦੇ ਰਾਹੀਂ, ਜਾਂ ਵੱਖ-ਵੱਖ ਟਾਈਪ ਦੀਆਂ ਹੋਰ ਸੰਸਥਾਵਾਂ ਦੇ ਰਾਹੀਂ, ਜਿੰਨੀਆਂ ਵੀ ਕਲੱਬ ਨੇ, ਸੁਸਾਇਟੀਆਂ ਨੇ, ਉਹ ਸਾਰੀਆਂ ਧਿਰਾਂ ਜਿਹੜੀਆਂ ਅਲੱਗ-ਅਲੱਗ ਜਗ੍ਹਾ ਮੁੱਦਿਆਂ ਤੇ ਲੜ ਰਹੀਆਂ ਨੇ। ਕੋਈ ਧਿਰ ਵਾਤਾਵਰਣ ਤੇ ਲੜ ਰਹੀ ਹੈ, ਕੋਈ ਜਥੇਬੰਦੀ, ਕੋਈ ਇਕੱਲੇ ਪਾਣੀ ਤੇ ਲੜ ਰਹੀ ਹੈ, ਕੋਈ ਸਿਹਤ ਦੇ ਮੁੱਦੇ ਤੇ ਲੜ ਰਹੀ ਹੈ ਕਿ ਸਿਹਤ ਫੰਡਾਮੈਂਟਲ ਰਾਈਟ ਹੋਵੇ, ਕੋਈ ਵਿੱਦਿਆ ਦੇ ਮੁੱਦੇ ਤੇ ਲੜ ਰਹੀ ਹੈ ਕਿ ਇੱਕੋ ਜਿਹੀ ਵਿੱਦਿਆ ਕਿਉਂ ਨਹੀਂ ਮਿਲ ਰਹੀ, ਸਾਰੇ ਲੋਕਾਂ ਨੂੰ ਬਰਾਬਰ ਮੌਕੇ ਨਹੀਂ। ਉਹ ਸਾਰਿਆਂ ਨੂੰ ਕੋਈ ਨਾ ਕੋਈ ਕੋਆਰਡੀਨੇਸ਼ਨ ਕਰਕੇ, ਤਾਲਮੇਲ ਕਰਕੇ ਇੱਕ ਮੁੱਦੇ ਉਭਾਰਨੇ ਚਾਹੀਦੇ ਨੇ ਆਪਣੀ ਤਰਫ। ਫਿਰ ਜਿਹੜਾ ਵੀ ਆਊਗਾ ਉਹਨੂੰ ਸਵਾਲ ਪੁੱਛਣ ਕਿ ਆਹ ਮੁੱਦੇ ਨੇ ਸਾਡੇ, ਦੱਸ ਤੇਰੇ ਕੋਲ ਕੀ ਹੈ ਇਹਦੇ ਮਾਮਲੇ ਦੇ ਵਿੱਚ। ਔਰ ਅਗਲਾ ਸਵਾਲ ਫਿਰ ਇਹ ਆਊਗਾ, ਬੜੀ ਵਾਰ ਇਹ ਵੀ ਹੋ ਜਾਂਦਾ ਹੈ ਕਿ ਉਹ ਮੁੱਦੇ ਹੂਬਹੂ ਮੰਨ ਲੈਂਦੇ ਨੇ। ਇੱਕ ਵਾਰ 2007 ਦੀ ਇਲੈਕਸ਼ਨ ਦੇ, 2012 ਦੀ ਇਲੈਕਸ਼ਨ ਦੇ ਨੇੜੇ ਇੱਕ ਬੜਾ ਵੱਡਾ ਮੋਰਚਾ ਬਣਿਆ ਸੀ ਵੱਖ-ਵੱਖ ਜਥੇਬੰਦੀਆਂ ਦਾ ਇੱਥੇ, ਵਾਤਾਵਰਣ ਤੇ ਸਮਾਜ ਬਚਾਓ ਮੋਰਚਾ। ਵਾਤਾਵਰਣ ਤੇ ਸਮਾਜ ਬਚਾਓ ਮੋਰਚੇ ਸਾਰੇ ਹੀ ਉਹ ਮੁੱਦੇ ਸੀਗੇ ਜਿਹੜੇ ਵਾਤਾਵਰਣ ਤੋਂ ਲੈ ਕੇ ਜਿਹੜੇ ਲੋਕਾਂ ਨਾਲ ਗਰੀਬੀ ਦਾ, ਬੇਰੁਜ਼ਗਾਰੀ ਦਾ, ਜਿਹੜੇ ਸਾਰੇ ਉਹ ਮੋਰਚੇ ਨੇ ਫੈਸਲਾ ਕੀਤਾ ਸੀ ਕਿ ਵੱਖ-ਵੱਖ ਜਗ੍ਹਾ ਸਮਾਗਮ ਕਰਕੇ ਉੱਥੋਂ ਦੇ ਪਾਰਟੀਆਂ ਨਾਲ ਸੰਬੰਧਿਤ ਮੇਨ ਆਗੂਆਂ ਨੂੰ ਤੇ ਸਾਰੇ MLA ਨੂੰ ਬੁਲਾਇਆ ਜਾਏ ਤੇ ਉਹਨਾਂ ਨੂੰ ਪੁੱਛਿਆ ਜਾਏ ਕਿ ਆਹ ਸਾਡਾ ਏਜੰਡਾ ਹੈ, ਦੱਸੋ ਤੁਸੀਂ ਕੀ ਚਾਹੁੰਦੇ ਹੋ। ਹੋਇਆ ਇਹ ਕਿ ਲਗਭਗ ਜਿੰਨੇ ਮੀਟਿੰਗਾਂ ਹੋਈਆਂ, ਉਹ ਸੀਚੇਵਾਲ ਵੀ, ਬਾਬਾ ਸੀਚੇਵਾਲ ਨੇ ਕਰਾਈ ਸੀ ਪਹਿਲੀ, ਉੱਥੇ ਕਾਫੀ MLA ਆਏ, ਫਿਰ ਬਠਿੰਡੇ ਵੀ ਹੋਈ ਸੀ, ਅਲੱਗ-ਅਲੱਗ ਜਗ੍ਹਾ ਹੋਈਆਂ ਉਹ, ਜਿੱਥੇ ਵੀ ਕਿਤੇ ਮੀਟਿੰਗਾਂ ਹੋਈਆਂ। ਉਹਨਾਂ ਨੇ ਹੂਬਹੂ ਏਜੰਡਾ ਚੱਕ ਕੇ ਜਿਹੜਾ ਵਾਤਾਵਰਣ ਸਮਾਜ ਬਚਾਓ ਮੋਰਚੇ ਦਾ ਸੀ, ਆਪਦੇ ਮੈਨੀਫੈਸਟੋ 'ਚ ਪਾ ਲਿਆ ਵੀ ਅਸੀਂ ਪਾਤਾ ਜੀ ਤੁਹਾਡਾ। ਠੀਕ ਹੈ, ਮੈਨੀਫੈਸਟੋ 'ਚ ਆ ਗਿਆ। ਅੱਜ ਕੱਲ ਵੀ ਤਾਂ ਪਾਰਟੀਆਂ ਇਹੀ ਕਰਦੀਆਂ ਨੇ ਵੀ ਮੈਨੀਫੈਸਟੋ 'ਚ ਆ ਜਾਂਦਾ ਜੋ ਵੀ ਤੁਸੀਂ ਕਰਦੇ ਹੋ ਦੱਸੋ ਕੀ। ਤਾਂ ਫਿਰ ਅੱਗੇ ਕਿਵੇਂ ਆ, ਜੇ ਉਹ ਮੈਨੀਫੈਸਟੋ 'ਚ ਆ ਗਿਆ ਤਾਂ ਉਹਨੂੰ ਲਾਗੂ ਕਰਾਉਣ ਲਈ ਵੀ ਤਾਂ ਕੋਈ ਧੜਾ, ਕੋਈ ਚੀਜ਼ ਚਾਹੀਦੀ ਹੈ। ਉਹਦੇ 'ਚੋਂ ਇਹ ਸਵਾਲ ਉੱਭਰੇ ਸੀ ਫਿਰ ਨਵੇਂ ਜਿਹੜੇ ਅੱਗੇ ਸੀ ਕਿ ਕੇਵਲ ਇੰਨਾ ਨਹੀਂ ਮੁੱਦੇ ਉਭਾਰਨਾ ਠੀਕ ਹੈ, ਪਰ ਇਹਦੇ ਨਾਲ 2-3 ਸਵਾਲ ਹੋਰ ਕਰਨ ਦੀ ਲੋੜ। ਉਹ ਸਵਾਲ ਇਹ ਕਰਨ ਦੀ ਲੋੜ ਹੈ ਕਿ ਇੱਕ ਤਾਂ ਤੁਹਾਡਾ ਚੋਣ ਮੈਨੀਫੈਸਟੋ ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ। ਜਿੰਨਾ ਚਿਰ ਇਹ ਕਾਨੂੰਨੀ ਦਸਤਾਵੇਜ਼ ਨਹੀਂ ਬਣਦਾ, ਉਹਦੇ ਲਈ ਕਾਨੂੰਨ 'ਚ ਤਬਦੀਲੀ ਕਰਨੀ ਪਊਗੀ। ਜਿੰਨਾ ਚਿਰ ਉਹ ਨਹੀਂ ਹੁੰਦਾ ਤਾਂ ਪਾਰਟੀਆਂ ਦੇ ਜਿਹੜੇ ਬੰਦਿਆਂ ਨੂੰ, MLA ਨੂੰ ਐਫੀਡੇਵਿਟ ਦੇਣੇ ਪੈਣਗੇ ਲੋਕਾਂ ਨੂੰ ਕਿ ਮੇਰੀ ਪਾਰਟੀ ਜਾਂ ਮੈਂ ਐਜ ਏ ਕੈਂਡੀਡੇਟ ਜੇ ਆਹ ਚੰਗੀ ਗੱਲ ਨਹੀਂ ਕਰਦਾ ਜਿਹੜੀ ਤੁਹਾਡੇ ਨਾਲ ਵਾਅਦਾ ਕਰਦਾ ਤਾਂ ਮੈਂ ਅਸਤੀਫਾ ਦੇਵਾਂਗਾ। ਘੱਟੋ ਘੱਟ ਸਾਡੇ ਕਾਨੂੰਨੀ ਮਤਲਬ ਉਹਦੀ ਵੈਧਤਾ ਹੈਗੀ ਹੈ ਐਫੀਡੇਵਿਟ ਦੀ, ਤਾਂ ਕੋਰਟ 'ਚ ਜਾਇਆ ਜਾ ਸਕਦਾ ਕਿ ਬੰਦੇ ਨੇ ਹਲਫੀਆ ਬਿਆਨ ਦੇ ਕੇ ਝੂਠ ਬੋਲਿਆ, ਤਾਂ ਉਹਨਾਂ ਤੋਂ ਹਲਫੀਆ ਬਿਆਨ ਲੈਣ ਦੀ ਲੋੜ ਵੀ ਪਊਗੀ ਲੋਕਾਂ ਨੂੰ। ਨਹੀਂ ਤਾਂ 5 ਸਾਲ ਬਾਅਦ ਹੁਣ ਜਿਵੇਂ ਅਮਰਿੰਦਰ ਆ ਗਿਆ, ਕੋਈ ਹੋਰ ਆ ਜਾਊਗਾ, ਸਾਰੇ ਕਰ ਕਰਕੇ ਵਾਅਦੇ ਮੁੱਕਰ ਕੇ ਚਲੇ ਗਏ, 70 ਸਾਲਾਂ ਤੋਂ ਕਰਦੇ ਆ ਰਹੇ ਨੇ ਵੱਖ-ਵੱਖ ਪਾਰਟੀਆਂ ਵਾਲੇ। ਉਹਨੂੰ ਲਾਗੂ ਕਰਾਉਣ ਲਈ ਕਾਨੂੰਨੀ ਸਕੰਜੇ ਦੀ ਲੋੜ ਹੈ। ਉਹਦੇ ਲਈ ਆਵਾਜ਼ ਉਠਾਓ, ਕਾਨੂੰਨੀ ਦਸਤਾਵੇਜ਼ ਬਣੇ। ਜੇ ਕਾਨੂੰਨੀ ਨਹੀਂ ਬਣਦਾ ਤਾਂ ਪਾਰਟੀਆਂ ਤੋਂ ਲਿਖ ਕੇ ਐਫੀਡੇਵਿਟ ਲਏ ਜਾਣ ਕਿ ਅਸੀਂ ਤਿਆਰ ਹਾਂ ਜੇ ਇਹ ਵਾਅਦਾ ਪੂਰਾ ਨਹੀਂ ਕਰਦੇ। ਤੇ ਅਗਲੀ ਗੱਲ ਰਾਈਟ ਟੂ ਰੀਕਾਲ ਦਾ ਸਵਾਲ ਹੈ। ਜਿਵੇਂ ਵੋਟਰ ਚ ਵਿਪ ਹੈ ਕਿ ਜੇ ਤੁਸੀਂ ਵਾਅਦੇ ਪੂਰੇ ਨਹੀਂ ਕਰੋਗੇ, ਉਸ ਹਲਫੀਆ ਬਿਆਨ ਚ ਇਹ ਵੀ ਲਿਖਿਆ ਜਾਏ ਕਿ ਤੁਸੀਂ ਜਦੋਂ ਬਹੁ ਗਿਣਤੀ ਚਾਹੋਗੇ ਆਪਣੇ ਹਲਕੇ ਚ ਦੁਬਾਰਾ ਵੋਟ ਪਵਾ ਕੇ ਮੈਂ ਵਾਪਸ ਆ ਜਾਊਂਗਾ, ਵਾਪਸ ਬੁਲਾਉਣ ਦਾ ਹੱਕ ਤੁਹਾਨੂੰ ਦਿੰਦੇ ਆ ਵੋਟਰਾਂ ਨੂੰ, ਪਾਰਟੀ ਦੀ ਬਜਾਏ। ਫਿਰ ਵੀ ਕੋਈ ਜਵਾਬਦੇਹੀ ਰਹੂਗੀ ਕਿ ਹਾਂ ਲੋਕਾਂ ਪ੍ਰਤੀ ਜਵਾਬਦੇਹੀ ਹੈ, ਲੋਕ ਕਿਤੇ ਨਾਰਾਜ਼ ਨਾ ਹੋ ਜਾਣ, ਕੋਈ ਇਹੋ ਜਿਹੀ ਗੱਲ ਨਾ ਹੋਵੇ। ਮਤਲਬ ਚੋਣ ਸੁਧਾਰਾਂ ਦਾ ਜਿਹੜਾ ਇੱਕ ਮੁੱਦਾ ਇਹ ਬੜਾ ਵੱਡਾ ਮੁੱਦਾ ਹੈ। ਜਿੰਨਾ ਪੈਸਾ ਹੁਣ ਚੋਣਾਂ 'ਚ ਖਰਚਾ ਹੋਣਾ ਹੈ, ਜਿਸ ਲੈਵਲ ਤੇ ਚੋਣਾਂ ਉਡਾਈਆਂ ਜਾਂਦੀਆਂ ਨੇ, ਤਾਂ ਉੱਥੋਂ ਕਰਪਸ਼ਨ ਹੀ ਨਿਕਲੂਗੀ, ਹੋਰ ਕੀ ਨਿਕਲੂਗੀ। ਜੇ ਚੋਣਾਂ ਇੰਨੀਆਂ ਖਰਚੀਲੀਆਂ ਹੋਣਗੀਆਂ, ਉਹ 'ਚੋਂ ਇਮਾਨਦਾਰ ਨੁਮਾਇੰਦੇ ਕਿਵੇਂ ਕੱਢੇ ਜਾ ਸਕਦੇ ਨੇ ਕਿਸੇ ਵੀ।
ਮੈਨੂੰ ਤਾਂ ਲੱਗਦਾ ਕਿ ਇਹ ਤਰੀਕਾ ਅਪਣਾਉਣ ਦੀ ਲੋੜ ਹੈ ਲੋਕਾਂ ਨੂੰ। ਸਾਰੇ ਪਿੰਡਾਂ ਤੇ ਉਹਨਾਂ ਚ, ਜਿਵੇਂ ਅੱਜ ਕੱਲ੍ਹ ਕਿਸਾਨ ਅੰਦੋਲਨ ਨੇ ਇੱਕ ਮਾਹੌਲ ਬਣਾਇਆ ਹੋਇਆ ਕਿ ਪਿੰਡ ਦਾ ਭਾਈਚਾਰਾ ਬਣਿਆ ਹੋਇਆ, ਸਾਂਝੀ ਸਟੇਜ ਲੱਗੇ ਪਿੰਡਾਂ ਦੇ ਵਿੱਚ, ਸਾਰਿਆਂ ਨੂੰ ਕਿਹਾ ਜਾਏ ਇੱਕੋ ਦਿਨ ਆਓ, ਇੱਕੋ ਦਿਨ ਆਉਣ ਤੇ ਇੱਕੋ ਦਿਨ ਉਹਨਾਂ ਤੇ ਸਵਾਲ ਹੋਣ ਸਾਰੇ ਬੰਦਿਆਂ ਦੇ। ਇੱਕ ਤਾਂ ਵਾਧੂ ਖਰਚੇ ਦੀ ਲੋੜ ਨਹੀਂ ਪੈਗੀ, ਇੱਕ ਦੂਸ਼ਣਬਾਜ਼ੀ ਘਟੂਗੀ, ਇੱਕ ਸਭ ਦੇ ਸਾਹਮਣੇ ਜਦੋਂ ਚਰਚਾ ਹੋਏਗੀ ਤੁਹਾਨੂੰ ਬੰਦਾ ਸਿਲੈਕਟ ਕਰਨ ਚ ਕਿਹੜਾ ਬੰਦਾ ਯੋਗ ਹੈ ਅਸੈਂਬਲੀ ਚ ਜਾ ਕੇ ਤੁਹਾਡੀ ਗੱਲ ਰੱਖਣ ਦੇ, ਕਿਹੜਾ ਬੰਦਾ ਤੁਹਾਡੇ ਸਵਾਲ ਦਾ ਜਵਾਬ ਠੀਕ ਦੇ ਸਕਦਾ ਹੈ, ਕਿਹੜਾ ਨਹੀਂ ਦੇ ਸਕਦਾ, ਉਹਦੇ ਚ ਆਸਾਨੀ ਹੋ ਜਾਏਗੀ ਉਹ ਚੁਣਨ ਦੇ ਵਿੱਚ। ਇਹ ਲੋਕਾਂ ਵੱਲੋਂ ਪਹਿਲ ਕਦਮੀ ਕਰਨ ਦਾ ਕੁਐਸਚਨ ਹੈ ਕਿ ਕੱਲੇ ਕੱਲੇ ਦੀ ਭਾਸ਼ਣ ਸੁਣਨ ਦੀ ਬਜਾਏ ਉਹਨਾਂ ਨੂੰ ਕਿਹਾ ਜਾਏ ਸਾਡੇ ਕੋਲ ਰੋਜ਼ ਟਾਈਮ ਨਹੀਂ ਹੈ, ਅੱਜ ਦਾ ਦਿਨ ਤੁਹਾਨੂੰ ਦਿੱਤਾ, ਆਜੋ ਸਾਡੇ ਪਿੰਡ, ਆਹ ਟਾਈਮ ਹੈ, ਇਸ ਟਾਈਮ ਤੇ ਤੁਹਾਨੂੰ ਦੇਾਂਗੇ ਅਸੀਂ ਟਾਈਮ, ਇੰਨੇ ਮਿੰਟ ਆਪਦੀ ਗੱਲ ਕਰੋ ਤੇ ਉਸ ਤੋਂ ਬਾਅਦ ਅਸੀਂ ਸਵਾਲ ਪੁੱਛਾਂਗੇ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਡਾਇਰੈਕਟ ਲੋਕ ਸਵਾਲ ਪੁੱਛਦੇ ਨੇ ਮੀਟਿੰਗਾਂ ਚ, ਰੈਲੀਆਂ ਚ, ਟੀਵੀ ਤੇ ਵੀ, ਔਰ ਇਹ ਚੀਜ਼ਾਂ ਸਾਡੇ ਵੀ ਲਾਗੂ ਕਰਨੀਆਂ ਪੈਣਗੀਆਂ ਜੇਕਰ ਉਹਨਾਂ ਨੂੰ ਜਵਾਬਦੇਹ ਬਣਾਉਣਾ, ਜੇਕਰ ਉਸ ਤਰੀਕੇ ਦੀ ਗੱਲ ਕਰਨੀ। ਇਸ ਕਰਕੇ ਇਹ ਜਿਹੜਾ ਇੱਕ ਪਹਿਲੂ ਹੈ ਕਿ ਵੋਟ ਕਿਹਨੂੰ ਦੇਣੀ ਹੈ ਨਹੀਂ, ਇਹ ਉਸ ਤੋਂ ਬਾਅਦ ਦਾ ਸਵਾਲ ਹੈ, ਉਹ ਆਪਣੇ ਆਪ ਕਲੀਅਰ ਹੋ ਜਾਣਾ ਵੋਟ ਕਿਹਨੂੰ ਦੇਣੀ ਹੈ, ਉਸ ਤੋਂ ਬਾਅਦ ਲੋਕ ਆਪਣਾ ਮਨ ਬਣਾ ਲੈਣਗੇ। ਇਸੇ ਕਰਕੇ ਸਾਡੇ ਕਾਨੂੰਨ ਦੇ ਵਿੱਚ ਵੀ ਚੋਣ ਪ੍ਰਚਾਰ 48 ਘੰਟੇ ਪਹਿਲਾਂ ਬੰਦ ਹੁੰਦਾ ਹੈ, ਤਾਂ ਕਿ ਲੋਕਾਂ ਨੇ ਪ੍ਰਚਾਰ ਸੁਣ ਲਿਆ ਹੁੰਦਾ, ਸਭ ਚੀਜ਼ਾਂ ਹੋ ਗਈਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਉਹ ਮਨ ਬਣਾਉਂਦੇ ਨੇ ਤਾਂ ਵੋਟ ਕਿਹਨੂੰ ਦੇਣੀ। ਤੇ ਜੇ ਪਹਿਲਾਂ ਹੀ ਇਹ ਕਰ ਲਓ ਕਿਹਨੂੰ ਦੇਣੀ ਹੈ ਕਿਹਨੂੰ ਨਹੀਂ ਦੇਣੀ, ਤਾਂ ਮਤਲਬ ਤੁਹਾਡਾ ਮਨ ਨਿਰਪੱਖ ਨਹੀਂ ਹੈ। ਫਿਲਹਾਲ ਤੁਸੀਂ ਕੋਈ ਚੀਜ਼ ਸੁਣ ਕੇ ਨਹੀਂ ਦੇਣਾ ਚਾਹੁੰਦੇ, ਤੁਹਾਨੂੰ ਕੋਈ ਚੀਜ਼ ਪਤਾ ਨਹੀਂ ਹੈ ਕਿਹਨੇ ਕੀ ਕਰਨਾ ਕਿਹਨੇ ਨਹੀਂ ਕਰਨਾ। ਪਾਰਟੀ ਦਾ ਪ੍ਰੋਗਰਾਮ ਤੇ ਬੰਦੇ ਦਾ, ਇੰਡੀਵਿਜੂਅਲ ਬੰਦੇ ਦਾ ਆਪਣਾ ਕਿਰਦਾਰ ਤੇ ਬਾਕੀ ਦੀਆਂ ਚੀਜ਼ਾਂ, ਹਰ ਚੀਜ਼ ਨੂੰ ਦੇਖ ਕੇ ਵੋਟ ਪਾਊਗੀ ਨਾ, ਇਕੱਲੀ ਇੱਕ ਚੀਜ਼ ਨੂੰ ਤਾਂ ਨਹੀਂ ਪਾਊਗੀ ਦੇਖ ਕੇ। ਇਲਾਕਾ ਵਾਈਜ਼ ਉਹ ਬੰਦੇ ਦੀ ਬੈਕਗ੍ਰਾਉਂਡ ਕੀ ਹੈ, ਉਹਨਾਂ ਪਾਰਟੀਆਂ 'ਚ ਕੰਮ ਕੀਤਾ ਕੀ ਕੀਤਾ, ਪਹਿਲਾਂ ਕੀ ਕੀਤਾ, ਸਮਾਜ 'ਚ ਬਹੁਤ ਚੀਜ਼ਾਂ ਜੁੜ ਕੇ ਕੋਈ ਫੈਸਲਾ, ਉਸ ਆਧਾਰ ਦੇ ਉੱਤੇ ਸਾਰੇ ਬੰਦਿਆਂ ਨੂੰ ਮੌਕਾ ਮਿਲੂਗਾ। ਕਿਸਾਨੀ ਆਪਣੇ ਸਵਾਲ ਪੁੱਛੇਗੀ, ਮਜ਼ਦੂਰ ਆਪਣੇ ਸਵਾਲ ਪੁੱਛੇਗਾ, ਵਪਾਰੀ ਆਪਣਾ ਸਵਾਲ ਪੁੱਛ ਲੇਗਾ। ਹਰ ਗੱਲ ਤੇ ਪਾਰਟੀਆਂ ਮੁਸਤੈਦ ਹੋਣਗੀਆਂ, ਆਪਣੇ ਨੁਮਾਇੰਦਿਆਂ ਨੂੰ ਟ੍ਰੇਨਿੰਗ ਸਹਿਤ ਭੇਜਣਗੀਆਂ। ਹੁਣ ਤਾਂ 117 ਐਮਐਲਏ ਨੇ ਇੱਥੇ, ਮੁੱਦਿਆਂ ਤੇ ਇੱਥੋਂ 17 ਬੰਦੇ ਵੀ ਨਹੀਂ ਹੋਣੇ ਨਿਕਲਣੇ ਜਿਨ੍ਹਾਂ ਨੂੰ ਮੁੱਦਿਆਂ ਦੀ ਸਮਝ ਹੈ ਤੇ ਜਿਹੜੇ ਮੁੱਦਿਆਂ ਤੇ ਗੱਲ ਕਰ ਸਕਦੇ ਨੇ। ਘੱਟੋ ਘੱਟ ਉਹਨਾਂ ਪਾਰਟੀਆਂ ਚੋਂ ਵੀ ਫਿਰ ਟਿਕਟਾਂ ਉਹਨਾਂ ਬੰਦਿਆਂ ਨੂੰ ਮਿਲਣ ਲੱਗ ਜਾਣਗੀਆਂ ਜਿਹੜੇ ਬੰਦੇ ਕੋਈ ਸੋਝੀ ਰੱਖਦੇ ਹੋਣਗੇ, ਜਿਹੜੇ ਬੰਦੇ ਕੋਈ ਆਪਣੀ ਗੱਲ ਕਹਿ ਸਕਦੇ ਹੋਣਗੇ ਉਸ ਪੱਧਰ ਦੇ। ਔਰ ਜਿਵੇਂ ਔਰਤਾਂ ਦੇ ਮਾਮਲੇ ਦੇ ਵਿੱਚ ਇਹ ਸਵਾਲ, ਔਰਤ ਸੰਸਦ ਲੱਗੀ ਸੀ ਜਿਹੜੀ, ਉੱਥੇ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਕਿ 30 ਸਾਲਾਂ ਤੋਂ ਲਗਭਗ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਮਤਲਬ ਠੰਡੇ ਬਸਤੇ 'ਚ ਹੈ, ਔਰਤਾਂ ਦੀ ਵਿਧਾਨ ਸਭਾ ਤੇ ਪਾਰਲੀਮੈਂਟ ਦੇ ਵਿੱਚ 33% ਰਿਜ਼ਰਵੇਸ਼ਨ। ਤੇ ਜੇ ਉਹ ਬੰਦੇ ਸਾਂਝੇ ਆਉਣਗੇ ਤਾਂ ਔਰਤਾਂ ਅੱਜ ਕੱਲ੍ਹ ਤਾਂ ਸਰਗਰਮ ਨੇ, ਕਿਸਾਨੀ ਮੂਵਮੈਂਟ 'ਚ ਵੀ ਸਰਗਰਮ ਨੇ, ਮਜ਼ਦੂਰ ਔਰਤਾਂ ਵੀ ਸਰਗਰਮ ਨੇ। ਉਹ ਪੁੱਛਣਗੇ ਉਹਨਾਂ ਨੂੰ ਖੜਾ ਕੇ ਕਿ ਤੁਹਾਡੇ 33% ਟਿਕਟ ਕਿੱਥੇ ਗਏ ਔਰਤਾਂ ਨੂੰ ਦੇਣ ਦੇ, ਔਰਤਾਂ ਦਾ ਹਿੱਸਾ ਉਹਦੇ 'ਚ ਕਿੱਥੇ ਗਿਆ। ਨੌਜਵਾਨ ਪੁੱਛੂਗਾ ਤੁਹਾਡਾ ਹਿੱਸਾ ਕਿੱਥੇ ਗਿਆ, ਉਹਦੇ ਤੇ ਸਾਰਾ ਸਿਸਟਮ ਤੁਹਾਡੀ ਪਾਰਟੀ ਤਾਇਬ ਕਰ ਰਹੀ ਹੈ। ਇਹਦੇ ਨਾਲ ਜਵਾਬਦੇਹੀ ਵਧੇਗੀ, ਇਹਦੇ ਨਾਲ ਡੈਮੋਕ੍ਰੇਸੀ ਪ੍ਰਫੁੱਲਤ ਹੋਏਗੀ, ਇਹਦੇ ਨਾਲ ਪੰਜਾਬ ਦਾ ਕੋਈ ਫਾਇਦਾ ਹੋਣਾ ਹੈ। ਕੇਵਲ ਇਸ ਕਰਕੇ ਫਾਇਦਾ ਨਹੀਂ ਹੋਣਾ ਕਿ ਉਹ ਹੁਣੇ ਤੋਂ ਮਨ ਬਣਾਉਣ ਵੀ ਆਪਣਾ ਕੰਮ ਤਾਂ ਬਸ ਕੇਵਲ ਉਦਣ ਹੈ ਜਿੱਦਣ ਵੋਟ ਪਾਉਣੀ ਹੈ ਤੇ ਉਸ ਦਿਨ ਦੇਖ ਲਾਂਗੇ ਕੀ ਕਰਨਾ। ਇਹੀ ਪਾਰਟੀਆਂ ਚਾਹੁੰਦੀਆਂ ਨੇ ਅਸਲ ਤੇ ਵੀ ਹੁਣੇ ਤੋਂ ਤੁਸੀਂ ਲੱਗ ਜਾਓ, ਤੂੰ ਵੋਟ ਕਿਹਨੂੰ ਪਾਉਣੀ ਹੈ, ਤੁਸੀਂ ਹੁਣੇ ਤੋਂ ਜਿਹੜਾ ਬਾਕੀ ਦਾ ਖੱਪਾ, ਜਿਹੜੀ ਬਾਕੀ ਦੀ ਪ੍ਰਕਿਰਿਆ ਹੈ ਹੇਠੋਂ, ਜਿਵੇਂ ਕਿਸਾਨ ਫਸਲ ਬੀਜਦਾ ਉਹ ਕਹਿੰਦਾ ਵੱਢਣੀ ਕਿਹੜੇ ਦਿਨ ਹੈ ਹੁਣੇ ਤੋਂ ਤੈਅ ਕਰ ਲਓ। ਉਹ ਵੱਢਣ ਵੇਲੇ ਪਹਿਲਾਂ ਬਹੁਤ ਕੁਝ ਕਰਨਾ ਪੈਂਦਾ, ਉਹਦੀ ਗੋਡੀ ਕਰਨੀ ਪੈਂਦੀ ਹੈ, ਉਹਨੂੰ ਪਾਣੀ ਦੇਣਾ ਪੈਂਦਾ, ਉਹਦੀ ਸੰਭਾਲ ਕਰਨੀ ਪੈਂਦੀ ਹੈ। ਫਿਰ ਮੌਸਮ ਦੇ ਲਿਹਾਜ਼ ਨਾਲ 4 ਦਿਨ ਲੇਟ ਵੱਢਣੀ ਹੈ ਜਾਂ 4 ਦਿਨ ਪਹਿਲਾਂ ਵੱਢਣੀ ਹੈ, ਉਸ ਤੋਂ ਬਾਅਦ ਨੇੜੇ ਜਾ ਕੇ ਫੈਸਲੇ ਹੁੰਦੇ, ਉਸੇ ਮੌਕੇ ਤੇ ਫੈਸਲੇ ਨਹੀਂ ਹੁੰਦੇ। ਇਸੇ ਤਰ੍ਹਾਂ ਵੋਟਾਂ ਦਾ ਜਿਹੜਾ ਸਵਾਲ ਹੈ, ਇਹਦੇ ਤੇ ਸਾਨੂੰ ਗੰਭੀਰ ਇੱਕ ਵਿਚਾਰ, ਚਰਚਾ ਤੇ ਵਿਸ਼ਲੇਸ਼ਣ ਦੀ ਲੋੜ ਹੈ। ਬਿਲਕੁਲ ਬਿਲਕੁਲ। ਹਰਮੀਤ ਸਿੰਘ ਜੀ, ਇੱਕ ਹੋਰ ਜਦੋਂ ਅਸੀਂ ਮੁੱਦਿਆਂ ਦੀ ਗੰਭੀਰਤਾ ਦੀ ਗੱਲ ਕਰਦੇ ਹਾਂ, ਲੋਕ ਇਹ ਚਰਚਾ ਕਰਦੇ ਨੇ ਕਿ ਸਾਨੂੰ ਤਾਂ ਮਜਬੂਰੀਆਂ ਨੇ ਮਾਰ ਲਿਆ, ਸਾਡੇ ਕੁਝ ਘਰੇਲੂ ਕਾਰਨ ਹੁੰਦੇ ਨੇ, ਕੁਝ ਆਰਥਿਕ ਕਾਰਨ ਹੋ ਜਾਂਦੇ ਨੇ, ਜਾਂ ਕਈ ਤਾਂ ਆਟਾ ਦਾਲ ਦੇ ਵਿੱਚ ਉਲਝੇ ਰਹਿੰਦੇ ਨੇ ਕਿ ਸਵੇਰ ਦੀ ਛਕ ਲਈ ਤੇ ਸ਼ਾਮ ਦਾ ਫਿਕਰ ਹੈ, ਮਤਲਬ ਕਿ ਇਸ ਚੀਜ਼ ਨਾਲ ਦੱਬੇ ਜੇ ਰਹਿੰਦੇ ਨੇ, ਉਹਨਾਂ ਨੂੰ ਇੰਨਾ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ। ਉਹ ਤਾਂ ਬਸ ਇੱਕ ਇਹ ਹੈ ਕਿ ਜਿਹੜਾ ਲੀਡਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਮਾੜੀ ਮੋਟੀ ਸੁਣਦਾ, ਕੋਈ ਮਹੱਲੇ ਵਿੱਚ ਸੁਣਦਾ, ਤਾਂ ਉਸ ਪਾਸੇ ਵੱਲ ਨੂੰ, ਜਾਂ ਇੱਕ ਹੁੰਦਾ ਕਿ ਅਸੀਂ ਤਾਂ ਜੀ ਕੱਟੜ ਅਕਾਲੀ ਹਾਂ, ਅਸੀਂ ਕੱਟੜ ਕਾਂਗਰਸੀ ਹਾਂ, ਅਸੀਂ ਤਾਂ ਉਸ ਪਾਸੇ ਵੱਲ ਨਹੀਂ ਜਾਣਾ। ਲੋਕ ਇੱਥੇ ਵੀ ਆਪਣੀ ਮਜਬੂਰੀਆਂ ਗਿਣਾਉਂਦੇ ਨੇ, ਇਹਨੂੰ ਕਿੱਦਾਂ ਦੇਖਿਆ ਜਾਵੇ? ਮੈਨੂੰ ਲੱਗਦਾ ਇਹ ਵਰਤਾਂਤ ਮਿਡਲ ਕਲਾਸ ਨੇ ਜਾਂ ਉਹਨਾਂ ਲੋਕਾਂ ਨੇ ਸਿਰਜਿਆ ਜਿਹੜੇ ਲੋਕਾਂ 'ਚ ਜਾਣ ਦੇ ਇੱਛੁਕ ਨਹੀਂ ਹੈ, ਜਿਹੜੇ ਲੋਕਾਂ 'ਚ ਜਾਂਦੇ ਹੀ ਨਹੀਂ। ਜਿਹੜਾ ਵੀ ਬੰਦਾ ਇਹ ਕਹਿੰਦਾ ਕਿ ਲੋਕ ਇਹ ਕਹਿੰਦੇ ਨੇ ਸਾਡੀ ਮਜਬੂਰੀਆਂ ਨੇ, ਉਹ ਜਾ ਕੇ ਕਿਸੇ ਪਿੰਡ 'ਚ ਮਨਰੇਗਾ ਵਰਕਰ ਦਾ ਨਾਂ ਲੈ ਦੇ, ਜੇ ਉੱਥੇ 50 ਮਾਈਆਂ ਇਕੱਠੀਆਂ ਨਾ ਹੋਈਆਂ, ਉਹ ਤੁਹਾਡੇ ਨਾਲ ਚੱਲਣ ਲਈ ਤਿਆਰ ਨਾ ਹੋਈਆਂ, ਸਮਝਣ ਲਈ ਤਿਆਰ ਨਾ ਹੋਈਆਂ ਕਿ ਮੈਂ ਕੀ ਕਹਿੰਦਾ, ਤੇ ਉਸ ਤੋਂ ਬਾਅਦ ਮੈਂ ਗੱਲ ਬੰਦ ਕਰ ਦੂੰ।
ਅਸੀਂ ਲੋਕਾਂ 'ਚ ਜਾਣਾ ਛੱਡ ਚੁੱਕੇ ਹਾਂ। ਪਾਰਟੀਆਂ ਲੋਕਾਂ 'ਚ ਜਾਣਾ ਛੱਡ ਚੁੱਕੀਆਂ ਨੇ। ਪਾਰਟੀਆਂ ਆਪਣੇ ਧਨ ਤੇ ਪੈਸੇ ਤੇ ਆਪਣੀ ਪਾਰਟੀ ਦੇ ਮਤਲਬ ਤਾਕਤ ਦੇ ਜ਼ੋਰ ਇਲੈਕਸ਼ਨ ਜਿੱਤਣਾ ਚਾਹੁੰਦੀਆਂ ਨੇ। ਇਲੈਕਸ਼ਨ ਨੂੰ ਪ੍ਰਸ਼ਾਂਤ ਕਿਸ਼ੋਰ ਵਰਗਿਆਂ ਦੇ ਰਾਹੀਂ ਮੈਨੇਜਮੈਂਟ ਬਣਾ ਦਿੱਤਾ ਗਿਆ। ਉਹ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਇੱਕ ਚੱਲਣ ਦਾ ਸਰੋਕਾਰ ਸੀ ਉਹ ਖਤਮ ਹੋ ਗਿਆ। ਇਹ ਵਰਤਾਂਤ ਗਲਤ ਹੈ। ਜਿਹੜੇ ਲੋਕ ਕਹਿੰਦੇ ਨੇ ਵੀ ਉਹਨਾਂ ਨੂੰ ਉਹ ਗੱਲ ਨਹੀਂ ਸੁਣਨਾ ਚਾਹੁੰਦੇ ਜਾਂ ਉਹ ਆਪ ਕੁਝ ਕਰ ਨਹੀਂ ਰਹੇ। ਔਰ ਇਹ ਜਿਹੜੇ ਸਾਰੇ ਲੋਕ ਗਰੀਬ ਲੋਕ ਰੋਜ਼ ਡੀਸੀਆਂ ਦੇ ਬੈਠੇ ਰਹਿੰਦੇ ਨੇ, ਐਸਡੀਐਮਾਂ ਦੇ ਆ ਕੇ ਧਰਨੇ ਦਿੰਦੇ ਨੇ, ਉਹ ਵੀ ਮਜਬੂਰੀਆਂ 'ਚ ਛੱਡ ਕੇ ਆਉਂਦੇ ਹੀ ਨੇ ਨਾ। ਮਜਬੂਰੀਆਂ ਦੇ ਬਾਵਜੂਦ ਉਹ ਆਉਂਦੇ ਨੇ ਆਪਣੀ ਲੜਾਈ ਲੜਦੇ। ਤਾਂ ਇਸ ਮਜਬੂਰੀ ਦੇ ਨਾਲ ਉਹ ਆਪਣੀ ਗੱਲ ਸਮਝਦਾਰੀ ਦੇ ਵਿੱਚ ਵੀ ਕਰਨ ਦੀ ਕੋਸ਼ਿਸ਼ ਕਰਨਗੇ, ਕੋਈ ਬੜੀ ਗੱਲ ਨਹੀਂ। ਪਰ ਕੌਣ ਜਾਂਦਾ ਪਿੰਡ 'ਚ ਬੰਦਿਆਂ ਨੂੰ ਇਕੱਠ ਕਰਕੇ ਸਮਝਾਉਣ ਲਈ? ਤੁਹਾਨੂੰ ਕਿੰਨੇ ਬੰਦੇ ਮਿਲਦੇ ਨੇ ਪੰਜਾਬ ਦੇ ਲੀਡਰਸ਼ਿਪ 'ਚੋਂ? ਇੱਕ ਜ਼ਮਾਨਾ ਸੀ ਪੰਜਾਬ ਦੀ ਪੋਲਿਟਿਕਸ ਜਾਂਦੀ ਸੀ, ਅਕਾਲੀ ਵੀ ਜਾਂਦੇ ਸੀ। ਜਦੋਂ ਅਕਾਲੀ ਦਲ ਨੂੰ ਲੋੜ ਹੁੰਦੀ ਸੀ ਮੋਰਚਿਆਂ ਦੀ ਤਾਂ ਅਕਾਲੀ ਦਲ ਸੱਥਾਂ 'ਚ ਜਾਂਦਾ ਸੀ, ਗੁਰਦੁਆਰਿਆਂ 'ਚ ਬੈਠਦਾ ਸੀ, ਲੋਕਾਂ ਨੂੰ ਸਹਿਮਤ ਕਰਦਾ ਸੀ ਕਿ ਆਪਾਂ ਪਾਣੀਆਂ ਦੇ ਮੁੱਦੇ ਤੇ ਮੋਰਚਾ ਲਾਇਆ, ਆਪਾਂ ਅਨੰਦਪੁਰ ਸਾਹਿਬ ਦੇ ਗੱਲ ਤੇ ਮੋਰਚਾ ਲਾਇਆ, ਆਪਾਂ ਪੰਜਾਬੀ ਸੂਬੇ ਲਈ ਮੋਰਚਾ ਲਾਇਆ। ਲੋਕ ਜਾਂਦੇ ਸੀ ਨਾ ਸੁਣ ਕੇ, ਜਿਹੜਾ ਦੇ ਵਿੱਚ ਉਦੋਂ ਤਾਂ ਪੜ੍ਹਾਈ ਵੀ ਘੱਟ ਸੀ, ਇਦੋਂ ਤੇ ਬਾਕੀ ਚੀਜ਼ਾਂ ਵੀ ਘੱਟ ਸੀ ਸਾਰੀਆਂ ਚੀਜ਼ਾਂ। ਇਸੇ ਤਰ੍ਹਾਂ ਹੁਣ ਵੀ ਜਦੋਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਲਈ ਸੱਥਾਂ 'ਚ ਜਾਣਗੇ ਤਾਂ ਉਹ ਸੁਣਨਗੇ ਵੀ। ਹੁਣ ਉਹ ਤਾਂ ਨਹੀਂ ਆਉਂਦੇ, ਅਗਲਾ ਕਹਿੰਦਾ ਗੱਲ ਕਰਨ ਨੂੰ ਤਾਂ ਕੁਛ ਹੈ ਨਹੀਂ, ਗਲਾਂ 'ਚ ਹਾਰ ਪਾ ਲਓ ਤੇ ਵਾਧੂ ਦੀ ਦਿਹਾੜੀ ਵੀ ਛੱਡੋ, ਕੋਈ ਕੀ ਕਰਨ ਜਾਣਾ ਉਸ ਪਾਸੇ ਵੱਲ ਜਾਣ ਕੇ। ਇਸੇ ਲਈ ਕੇਵਲ ਉਹ ਗਰੁੱਪ ਰਹਿ ਗਏ ਜਿਹੜੇ ਚਿੱਟੇ ਕੁੜਤੇ ਪਜਾਮੇ ਪਾ ਕੇ ਬੂਟ ਸ਼ੂਟ ਕਰਕੇ ਜਿਹੜੇ ਸੱਤਾ 'ਚੋਂ ਹਿੱਸੇਦਾਰ ਬਣਨਾ ਚਾਹੁੰਦੇ ਨੇ। ਇਸੇ ਲਈ ਇਹ ਜ਼ਰੂਰੀ ਗੱਲ ਹੈ ਕਿ ਲੋਕਾਂ ਨਾਲ ਇੰਟਰੈਕਸ਼ਨ ਡੈਮੋਕ੍ਰੇਸੀ 'ਚ ਸਭ ਤੋਂ ਬੜੀ ਚੀਜ਼ ਹੁੰਦੀ ਹੈ। ਔਰ ਉਧਰੋਂ ਨਹੀਂ ਹੋ ਰਹੀ ਤਾਂ ਲੋਕਾਂ ਦੀਆਂ ਬਾਕੀ ਜਥੇਬੰਦੀਆਂ ਕਰਨ ਇਹ ਕੰਮ। ਲੋਕਾਂ ਦੇ ਬਾਕੀ ਲੋਕ ਕਰਨ, ਜਿਹੜੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਪੰਜਾਬ 'ਚ ਸਿਆਸਤ ਵੀ ਸੁਧਰਨੀ ਚਾਹੀਦੀ ਹੈ, ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਹੈ, ਪੰਜਾਬ ਦਾ ਭਵਿੱਖ ਹੋਰ ਬਿਹਤਰ ਬਣਨਾ ਚਾਹੀਦਾ ਹੈ। ਇਹ ਉਹਨਾਂ ਸਾਰੇ ਲੋਕਾਂ ਦੀ ਜ਼ਿੰਮੇਵਾਰੀ। ਇਹ ਬੌਧਿਕ ਤਬਕੇ ਦੀ ਵੀ ਨਾਲ ਹੀ ਜ਼ਿੰਮੇਵਾਰੀ ਹੈ, ਉਹ ਵੀ ਲੋਕਾਂ ਦੇ ਵਿੱਚ ਇੱਕ ਰੋਲ ਪਲੇ ਕਰ ਸਕਦੇ ਨੇ। ਇਦੋਂ ਪਹਿਲਾਂ ਪੁਰਾਣਾ ਕਿਸਮ ਇਹ ਹੁੰਦੀ ਸੀ ਕਿ ਲੋਕ ਵਿਦਿਆਰਥੀ ਜਥੇਬੰਦੀਆਂ, ਟੀਚਰ ਸਾਰੇ ਆਪਣੇ ਕੰਮ ਕਰਦੇ ਨਾਲ ਦੀ ਨਾਲ ਪਿੰਡਾਂ ਦੇ ਵਿੱਚ ਮੀਟਿੰਗਾਂ, ਰੈਲੀਆਂ ਖੱਬੇ ਪੱਖੀਆਂ ਨਾਲ ਸੰਬੰਧਤ ਵੀ ਕਰਦੇ ਸੀ, ਦੂਜੇ ਵੀ ਜਾ ਕੇ ਲੋਕਾਂ ਦੇ ਵਿੱਚ ਇਸ ਲੈਵਲ ਤੇ ਮੀਟਿੰਗਾਂ ਕਰਦੇ ਸੀ। ਔਰ ਰਾਤਾਂ ਨੂੰ ਲੋਕਾਂ ਦੇ ਨਾਟਕ ਕਰਾ ਕੇ, ਡਰਾਮੇ ਕਰਾ ਕੇ, ਕਿਉਂਕਿ ਲੋਕਾਂ ਦੇ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ, ਰਾਤ ਨੂੰ ਫ੍ਰੀ ਹੁੰਦੇ ਨੇ ਤੇ ਉਦੋਂ ਫਿਰ ਬੁਲਾਰਾ ਵੀ ਬੋਲ ਦਿੰਦਾ ਸੀ ਵਿੱਚ ਤੇ ਨਾਟਕ ਰਾਹੀਂ ਵੀ ਕਈ ਚੀਜ਼ਾਂ ਜਾਂਦੀਆਂ ਸੀ। ਉਹ ਜਿਹੜੇ ਤਰੀਕਾਕਾਰ ਸੀਗੇ ਲੋਕਾਂ ਨੂੰ ਜੋੜਨ ਦੇ ਜਾਂ ਬਾਕੀ ਦੇ, ਉਹ ਮਾਈਨਸ ਹੁੰਦੇ ਜਾ ਰਹੇ ਨੇ, ਉਹ ਨਜ਼ਰਅੰਦਾਜ਼ ਹੁੰਦੇ ਜਾ ਰਹੇ ਨੇ ਕਾਫੀ ਵੱਡੇ ਪੱਧਰ ਦੇ ਉੱਤੇ। ਇਹ ਕੜੀ ਜੋੜਨੀ ਪਊ ਜੇ ਸੁਧਾਰ ਕਰਨਾ। ਤਾਂ ਇਹ ਜਿਹੜੀ ਲੀਡਰਸ਼ਿਪ ਤੇ ਲੋਕਾਂ ਦੇ ਵਿੱਚ ਗੈਪ ਹੈ, ਅੰਤਰ ਹੈ, ਜਾਂ ਲੋਕਾਂ ਦੇ ਵਿੱਚੋਂ ਆਗੂ ਪੈਦਾ ਕਰਨ ਦਾ ਜਿਹੜਾ ਇੱਕ ਰੁਝਾਨ ਹੈ, ਉਹ ਪੈਦਾ ਕਰਨਾ ਪੈਣਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹਦਾ ਬਦਲ ਕੋਈ ਨਹੀਂ ਆ ਹੋਰ। ਜੇ ਕੋਈ ਕਹੇ ਕਿ ਉਦਣੇ ਵੋਟਾਂ ਪਾ ਕੇ ਬਦਲ ਨਿਕਲਿਆ ਆਊਗਾ, ਉਦਣ ਕੁਝ ਨਹੀਂ ਨਿਕਲਣਾ। ਜੇ ਪਹਿਲਾਂ ਲੋਕ ਜਾਗਰੂਕ ਹੋਣਗੇ, ਮੁੱਦੇ ਉਠਾਉਂਦੇ ਨੇ, ਤਾਂ ਬਾਅਦ ਦੇ ਵਿੱਚ ਉਹੀ ਲੋਕ ਮੁੱਦਿਆਂ ਤੇ ਅਮਲ ਕਰਾਉਣ ਲਈ ਵੀ ਕੰਮ ਕਰਨਗੇ। ਜਦੋਂ ਮੁੱਦਿਆਂ ਤੇ ਅਮਲ ਕਰਨ ਲਈ ਵੀ ਆਵਾਜ਼ ਉਠਾਉਣਗੇ ਤਾਂ ਜਾ ਕੇ ਗੱਲ ਹੋਏਗੀ ਨਾ। ਹੁਣ 4.5 ਸਾਲ ਹੋ ਗਏ ਮੰਨ ਲਓ ਅਮਰਿੰਦਰ ਸਰਕਾਰ ਨੂੰ, 7 ਸਾਲ ਹੋ ਗਏ ਮੋਦੀ ਸਰਕਾਰ ਨੂੰ, ਤੇ ਲੋਕ ਕਿੰਨੇ ਹੀ ਮੁੱਦਿਆਂ ਤੇ ਵੀ ਕਿਹਦੇ ਤੇ ਕੀ ਕੰਮ ਹੋਇਆ ਹੁਣ ਅੱਜ ਸਵਾਲ ਕਰ ਰਹੇ ਨੇ। ਹੁਣ ਉਹਨਾਂ ਦੇ ਅੰਦਰੋਂ ਵੀ ਸਵਾਲ ਹੁੰਦੇ ਨੇ ਤੇ ਆਪੋਜੀਸ਼ਨ ਵੀ। ਪਰ ਉਹ ਸਾਰੀ ਆਪੋਜੀਸ਼ਨ ਤੇ ਬਾਕੀ ਲੋਕ 4.5 ਸਾਲ ਪਹਿਲਾਂ ਜੇ ਉੱਠਦੇ, ਜੇ ਉਹੀ ਗੱਲ ਕਰਦੇ, ਤਾਂ ਕੁਝ ਨਾ ਕੁਝ ਤਾਂ ਜ਼ਿਆਦਾ ਕਰਨਾ ਹੀ ਪੈਂਦਾ, ਨਹੀਂ ਉਹਨੂੰ ਘੱਟੋ ਘੱਟ ਮੁਸ਼ਕਲ ਦਾ ਸਾਹਮਣਾ ਕਰਨਾ ਹੀ ਪੈਂਦਾ। ਇਸ ਲਈ ਜਦੋਂ ਅਸੀਂ ਵੋਟਾਂ ਤੋਂ ਵੋਟਾਂ ਸੋਚਦੇ ਆ ਕੇਵਲ, ਉਦੋਂ 4 ਸਾਲ ਕੰਮ ਹੀ ਨਹੀਂ ਕਰਦੇ। ਉਹ ਕਹਿੰਦੇ ਆਖਰੀ ਸਾਲ ਦੇਖ ਲਾਂਗੇ, ਜਦੋਂ ਵੋਟਾਂ ਆਉਣੀਆਂ ਨੇ ਉਦੋਂ ਕਈ ਫੈਸਲੇ ਕਰਾਂਗੇ, ਮੁੜ ਕੇ ਫੇਰ ਵੋਟਾਂ ਲੈ ਲਾਂਗੇ। ਇਹ ਤਰੀਕਾ ਤੋੜਨ ਦੀ ਗੱਲ ਹੈ। ਇਸ ਤਰੀਕੇ ਦੇ ਮੁਕਾਬਲੇ ਰੋਜ਼ਾਨਾ ਦੀ ਜਮਹੂਰੀਅਤ ਜਿਹੜੀ ਕੇਵਲ ਇੱਕ ਦਿਨ ਦੇ ਵੋਟ ਵਾਲੀ ਜਮਹੂਰੀਅਤ ਨਾ ਹੋਵੇ, ਜਿਹੜੀ ਰੋਜ਼ ਦੀ ਜਮਹੂਰੀਅਤ ਹੋਵੇ, ਲੋਕਾਂ ਦਾ ਫੈਸਲਿਆਂ 'ਚ ਹਿੱਸੇਦਾਰੀ ਹੋਵੇ ਔਰ ਲੋਕ ਫੈਸਲਿਆਂ 'ਚ ਹਿੱਸੇਦਾਰੀ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਵੀ ਸਮਝਣ ਤੇ ਸਾਹਮਣੇ ਵਾਲੇ ਨੂੰ ਜਵਾਬਦੇਹ ਬਣਾਉਣ। ਬਿਲਕੁਲ। ਹਮੀਰ ਸਿੰਘ ਜੀ, ਮੇਰਾ ਆਖਰੀ ਸਵਾਲ ਹੈ ਕਿ ਅੱਜ ਦੀ ਸਿਆਸਤ ਜਿਹੜੀ ਹੈ ਉਹ ਖੜਕੇ ਦੜਕੇ ਵਾਲੀ, ਚਿਹਰਿਆਂ ਦੀ ਚਮਕ, ਜਾਂ ਕਹਿ ਲਓ ਕੋਈ ਚੁੰਬਕੀ ਜਿਹੜੇ ਲੀਡਰ ਲਿਆ ਕੇ ਸਾਹਮਣੇ ਖੜੇ ਕਰ ਦਿੱਤੇ ਜਾਂਦੇ ਨੇ। ਬੀਜੇਪੀ 'ਚ ਮੋਦੀ ਸਾਹਿਬ ਨੂੰ ਅੱਗੇ ਲਾ ਕੇ ਉਹਨਾਂ ਨੇ ਦੂਜੀ ਵਾਰ ਕੇਂਦਰ ਸਰਕਾਰ ਬਣਾ ਲਈ। ਇਧਰੋਂ ਅਕਾਲੀ ਦਲ ਵਾਲੇ ਉਹ ਕਿਸ ਤਰ੍ਹਾਂ ਦੂਜੀ ਵਾਰ ਫਿਰ ਸਰਕਾਰ ਬਣਾ ਕੇ ਸੱਤਾ ਵਿੱਚ ਆ ਗਏ ਸੀ ਤੇ ਹੁਣ ਕਾਂਗਰਸ ਦੀ ਸਰਕਾਰ ਚੱਲਦੀ ਹੈ। ਹੁਣ ਇਹ ਚਿਹਰਿਆਂ ਦੀ ਸਿਆਸਤ ਖੇਡ ਰਹੇ ਨੇ ਤਾਂ ਅੱਗੋਂ ਫਿਰ ਸਰਕਾਰ ਬਣਾਉਣ ਦੀਆਂ ਜਿਹੜੀਆਂ ਸੰਭਾਵਨਾਵਾਂ ਬਣਦੀਆਂ ਨੇ। ਉਧਰਲੇ ਪਾਸੇ ਆਮ ਆਦਮੀ ਪਾਰਟੀ, ਇਹਨੂੰ ਕਿੱਦਾਂ ਦੇਖਦੇ ਹੋ? ਲੋਕ ਜਿਹੜੇ ਨੇ ਉਹ ਮੁੱਦਿਆਂ ਤੋਂ ਭਟਕ ਜਾਂਦੇ ਨੇ, ਜਦੋਂ ਚਿਹਰੇ ਸਾਹਮਣੇ ਆ ਜਾਂਦੇ ਨੇ ਤਾਂ ਲੋਕਾਂ ਨੂੰ ਹਰੇਕ ਦੇ ਵਿੱਚ ਏਦਾਂ ਲੱਗਦਾ ਕਿ ਇਹ ਸ਼ਾਇਦ ਹੁਣ ਪੰਜਾਬ ਦਾ ਭਲਾ ਕਰੇਗਾ, ਇਸ ਤੋਂ ਵੱਡਾ ਕੋਈ ਇਮਾਨਦਾਰ ਨਹੀਂ ਹੋ ਸਕਦਾ ਤੇ ਲੋਕਾਂ ਨੂੰ ਇੱਕ ਇਮਾਨਦਾਰ ਲੀਡਰ ਹੀ ਚਾਹੀਦਾ ਹੁੰਦਾ।
ਨਹੀਂ, ਕੋਈ ਇਕੱਲਾ ਇਮਾਨਦਾਰ ਲੀਡਰ ਕੁਝ ਨਹੀਂ ਕਰ ਸਕਦਾ, ਨਾ ਪਹਾੜੋਂ ਕੋਈ ਪੱਥਰ ਲਿਆ ਸਕਦਾ। ਇਹ ਸਿਸਟਮ ਹੀ ਨਹੀਂ ਹੁੰਦਾ ਡੈਮੋਕ੍ਰੇਸੀ ਦੇ ਵਿੱਚ। ਡੈਮੋਕ੍ਰੇਸੀ ਇੱਕ ਸਿਸਟਮ ਨਾਲ ਚੱਲਦੀ ਹੈ। ਸਿਸਟਮ 'ਚ ਬੰਦਾ ਇਮਾਨਦਾਰ ਹੋਵੇ, ਚੰਗੀ ਗੱਲ ਹੈ, ਪਰ ਜੇ ਇਮਾਨਦਾਰ ਨਾ ਵੀ ਹੋਵੇ, ਸਿਸਟਮ ਬੈਟਰ ਹੋਵੇ, ਤਾਂ ਇਮਾਨਦਾਰ ਰਹਿ ਨਹੀਂ ਸਕਦਾ। ਉਹ ਲੀਡਰ ਨਹੀਂ ਰਹਿ ਸਕਦਾ ਉਸ ਪੱਧਰ ਦੇ ਉੱਤੇ। ਇਹ ਇੱਕ ਮਦਾਰੀ ਵਾਲੀ ਡੁਗਡੁਗੀ ਵਾਲਾ ਖੇਲ ਅਸੀਂ ਪੈਦਾ ਕਰਦੇ ਹਾਂ। ਲੋਕ ਨਹੀਂ ਉੱਧਰ ਜਾਂਦੇ ਜਾਂ ਲੋਕ ਨਹੀਂ ਮੁੱਦੇ ਭੁੱਲਦੇ, ਪਰ ਜਦੋਂ ਸਾਰੀਆਂ ਧਿਰਾਂ ਜਿਹੜੀਆਂ ਉਸ ਖੇਡ ਦੇ ਵਿੱਚ ਸ਼ਾਮਲ ਨੇ, ਉਹ ਡੁਗਡੁਗੀ ਵਜਾ ਕੇ, ਜਿਵੇਂ ਲੋਕਾਂ ਨੂੰ ਸਮੋਹਿਤ ਕਰਕੇ ਉਸ ਸਮੇਂ ਦੇ ਵਿੱਚ ਕਦੇ ਉਹ ਰੁਮਾਲ ਕੱਢ ਦਿੰਦਾ, ਕਦੇ ਉਹ ਰੱਸਾ ਕੱਢ ਦਿੰਦਾ, ਕਦੇ ਉਹ ਕੁਝ ਕੱਢ ਦਿੰਦਾ। ਉਹੀ ਮਹੀਨੇ 2 ਮਹੀਨੇ ਦੀ ਖੇਡ ਦੇ ਵਿੱਚ ਅਸੀਂ ਲੋਕਾਂ ਨੂੰ ਦੇ ਦਿਮਾਗ ਸੁੰਨ ਕਰਕੇ, ਉਹਨੂੰ ਪੈਸੇ ਨਾਲ, ਉਹਨੂੰ ਚਮਕ ਦਮਕ ਨਾਲ, ਉਹਨੂੰ ਚਿਹਰੇ ਨਾਲ, ਉਹਨੂੰ ਸ਼ਰਾਬਾਂ ਨਾਲ, ਉਹਨੂੰ ਹੋਰ ਨਸ਼ਿਆਂ ਦੇ ਨਾਲ ਗਲਤਾਨ ਕਰਕੇ ਵੋਟ ਲੈਣਾ ਚਾਹੁੰਦੇ ਆ। ਇਹੀ ਐਂਟੀ ਨੈਸ਼ਨਲ ਵੀ ਹੈ, ਇਹੀ ਐਂਟੀ ਲੋਕਾਂ ਦੇ ਵੀ ਹੈ, ਇਹੀ ਸਭ ਦੇ ਖਿਲਾਫ ਹੈ, ਇਹੀ ਜਮਹੂਰੀਅਤ ਦੇ ਖਿਲਾਫ ਚੀਜ਼ ਹੈ। ਇਹਦੇ ਖਿਲਾਫ ਹੀ ਅਲਟਰਨੇਟਿਵ ਦੀ ਲੋੜ ਹੈ ਨਾ, ਹੋਰ ਕਾਹਦੀ ਲੋੜ। ਇੱਕ ਅਲੀਟ ਕਲਾਸ ਬਣੀ ਹੋਈ ਹੈ, ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ, ਉਹ ਇੱਕ ਇੱਕ ਚਿਹਰਾ ਲੱਭਦੀਆਂ ਨੇ, ਇੱਕ ਚਿਹਰਾ ਲੱਭ ਕੇ ਕਹਿੰਦੀਆਂ ਨੇ ਕਿ ਹੁਣ ਇਹਨੂੰ ਵੋਟ ਪਾ। ਚਿਹਰਾ ਕੀ ਕਰ ਦੂਗਾ ਸਿਸਟਮ ਦੇ ਸਾਹਮਣੇ? ਚਿਹਰੇ ਦਾ ਰੋਲ ਹੁੰਦਾ, ਪਰ ਉਹਨਾਂ ਕੇ ਹੁੰਦਾ ਹੈ, ਉਦੋਂ ਵੱਡਾ ਨਹੀਂ ਹੋ ਸਕਦਾ ਜਾ ਕੇ। ਹੁਣ ਜੇ ਕਾਂਗਰਸ ਪਾਰਟੀ ਹੈ, ਮੰਨ ਲਓ ਵੀ ਅਮਰਿੰਦਰ ਦੇ ਮੁਕਾਬਲੇ ਸਿੱਧੂ ਆ ਗਿਆ, ਤੇ ਬਾਕੀ ਲਾਣਾ ਬਾਣਾ ਸਾਰਾ ਉਹੀ ਹੈ ਨਾ, ਜਿਹੜਾ ਉਹੀ ਸਿੱਧੂ ਨਾਲ ਹੋਊਗਾ ਤੇ ਉਹੀ ਅਮਰਿੰਦਰ ਨਾਲ ਹੋਏਗਾ। ਕੀ ਕਰ ਦੇਣਗੇ ਉਹ ਬੰਦੇ, ਮਤਲਬ ਆਪਸ ਦੇ ਵਿੱਚ? ਉਹਨਾਂ ਹੀ ਬੰਦਿਆਂ ਨੂੰ ਤੁਸੀਂ ਨਾਲ ਲੈ ਕੇ ਤਾਕਤ ਲਈ ਹੋਈ ਹੈ, ਉਹਨਾਂ ਹੀ ਬੰਦਿਆਂ ਨੂੰ ਤੁਸੀਂ ਨਾਲ ਲੈ ਕੇ ਲਈ ਹੈ। ਦੂਜੀ ਗੱਲ, ਸਿੱਧੂ ਲੋਕਾਂ ਦੇ ਤਰਫ ਤੋਂ ਥੋੜੀ ਆ ਰਿਹਾ। ਉਹ ਜਿਹੜੀ ਮਾੜੀ ਮੋਟੀ ਕਾਂਗਰਸ ਹਾਈ ਕਮਾਂਡ ਤੋਂ ਆਜ਼ਾਦ ਹੋ ਕੇ ਪਾਰਟੀਆਂ ਦੀ ਅੰਦਰਲੀ ਜਮਹੂਰੀਅਤ ਤੇ ਫੈਡਰਲਿਜ਼ਮ ਖੜਾ ਹੋ ਰਿਹਾ ਸੀ, ਉਹ ਸਰੈਂਡਰ ਕਰਤੇ। ਹੁਣ ਹਰ ਗੱਲ ਹਾਈ ਕਮਾਨ, ਇੱਕ ਮੰਤਰ ਜਾਪ ਹੋ ਗਿਆ ਹਾਈ ਕਮਾਨ ਦਾ। ਇਹੀ ਮੋਦੀ ਦੇ ਮਾਮਲੇ 'ਚ ਹਾਈ ਕਮਾਨ ਹੈ, ਇਹੀ ਸੁਖਬੀਰ ਦੇ ਮਾਮਲੇ 'ਚ ਹਾਈ ਕਮਾਨ ਹੈ, ਇਹੀ ਕੇਜਰੀਵਾਲ ਦੇ ਮਾਮਲੇ 'ਚ ਹਾਈ ਕਮਾਨ ਹੈ, ਇਹੀ ਕਾਂਗਰਸ ਦੇ ਮਾਮਲੇ 'ਚ ਹਾਈ ਕਮਾਨ ਹੈ। ਜੇ ਹਾਈ ਕਮਾਨ ਕਲਚਰ ਹੀ ਰਹਿਣਾ ਹੈ, ਹਾਈ ਕਮਾਨ ਦਾ ਤੋਤਾ ਰੱਟ ਹੋਣੀ ਹੈ, ਤਾਂ ਜਮਹੂਰੀਅਤ ਕਿੱਥੇ ਹੈ, ਤਾਂ ਲੋਕ ਕਿੱਥੇ ਨੇ? ਇਸ ਲਈ ਬੁਨਿਆਦੀ ਸਵਾਲ ਲੋਕਾਂ ਦੇ ਪੱਖ ਦੇ ਵਿੱਚ ਹੈ, ਕੀ ਜਮਹੂਰੀਅਤ ਇੱਕ ਜੀਵਨ ਜਾਂਚ ਦੇ ਤੌਰ ਤੇ ਤੁਸੀਂ ਉਹਦੇ ਪੱਖ 'ਚ ਹੈਗੇ ਹੋ, ਜਾਂ ਉਹਦੇ ਉਲਟ ਖੜੇ ਹੋਏ? ਮੈਨੂੰ ਲੱਗਦਾ ਕਿ ਟ੍ਰੈਡੀਸ਼ਨਲ ਕਲਾਸ ਦੀਆਂ ਪਾਰਟੀਆਂ ਉਹਦੇ ਉਲਟ ਖੜੀਆਂ ਦਿਖਾਈ ਦੇ ਰਹੀਆਂ ਨੇ, ਆਗੂ ਵੀ ਤੇ ਬਾਕੀ ਵੀ। ਕੇਵਲ ਜਮਹੂਰੀਅਤ ਦਾ ਨਾਂ ਹੈ, ਜਿਵੇਂ ਸਰਕਾਰ ਹੈ, ਮੋਦੀ ਨੂੰ ਪੁੱਛੋ, ਕਹਿੰਦੇ ਸਭ ਤੋਂ ਜ਼ਿਆਦਾ ਗਰੀਬਾਂ ਤੇ ਦੱਬੇ ਕੁਚਲਿਆਂ ਦੀ ਸਰਕਾਰ ਹੈ। ਇੱਥੇ ਪੁੱਛੋ ਕੈਪਟਨ ਨੂੰ, ਉਹ ਕਹੂਗਾ ਗਰੀਬਾਂ ਤੇ ਦੱਬੇ ਕੁਚਲਿਆਂ ਦੀ ਸਰਕਾਰ ਹੈ, ਪਰ ਫੈਸਲੇ ਸਾਰੇ ਕਾਰਪੋਰੇਟ ਦੇ ਪੱਖ 'ਚ ਹੋ ਰਹੇ ਨੇ। ਗਰੀਬਾਂ ਦੇ ਪੱਖ 'ਚ ਕਿਹੜਾ ਫੈਸਲਾ ਹੋਇਆ, ਕਿ ਕਿਹੜੀ ਪਾਲਿਸੀ ਹੋ ਰਹੀ ਹੈ? ਕਹਿਣੀ ਤੇ ਕਰਨੀ ਦਾ ਜਿਹੜਾ ਗੈਪ ਹੈ, ਇੱਕ ਬਹੁਤ ਵੱਡਾ ਹੈ। ਉਹ ਸਿਧਾਂਤਕ ਸਵਾਲ ਹੈ, ਵਿਚਾਰਧਾਰਕ ਸਵਾਲ ਹੈ, ਤੇ ਮੁੱਦਿਆਂ ਦਾ ਸਵਾਲ ਹੈ। ਉਹ ਸਵਾਲ ਕਹਿਣੀ ਦਾ ਨਹੀਂ ਹੈ, ਉਹਨੂੰ ਇੱਕ ਪੈਰਲਲ ਸਿਸਟਮ ਖੜਾ ਕਰਨ ਦਾ ਸਵਾਲ, ਜਿਹਦੇ ਕਰਕੇ ਜਿੰਨਾ ਚਿਰ ਇਸ ਗੱਲ ਨੂੰ ਸਮਝ ਕੇ ਇੱਕ ਸਿਸਟਮ ਦੇ ਵਿੱਚ ਰੋਲ ਨਹੀਂ ਨਿਭਾਇਆ ਜਾਂਦਾ, ਔਰ ਉਹ ਰੋਲ ਨਿਭਾਉਣ ਦੇ ਵਿੱਚ ਬੜੀ ਜ਼ਿੰਮੇਵਾਰੀ ਨਿਭਾਈ ਜਾ ਸਕਦੀ ਹੈ। ਜਨਤਕ ਜਥੇਬੰਦੀਆਂ ਨਿਭਾ ਸਕਦੀਆਂ ਨੇ, ਚੇਤਨ ਮਨੁੱਖ ਨਿਭਾ ਸਕਦੇ ਨੇ, ਬੁੱਧੀਜੀਵੀ ਨਿਭਾ ਸਕਦੇ ਨੇ, ਲਿਖ ਕੇ ਵੀ, ਬੋਲ ਕੇ ਵੀ, ਲੋਕਾਂ ਤੱਕ ਜਾ ਕੇ ਵੀ, ਵੱਖ-ਵੱਖ ਤਰੀਕਿਆਂ ਦੇ ਨਾਲ ਉਹ ਰੋਲ ਨਿਭਾਇਆ ਜਾਂਦਾ। ਬਿਲਕੁਲ ਜੀ। ਸ਼ੁਕਰੀਆ ਅਮੀਰ ਸਿੰਘ ਜੀ, ਧੰਨਵਾਦ ਸਾਨੂੰ ਸਮਾਂ ਦੇਣ ਲਈ। ਜੀ ਸ਼ੁਕਰੀਆ। तो मेरे नाल मौजूद सन पंजाबी ट्रिब्यून के सीनियर पत्रकार सरदार हमीर सिंह। वोटां नूं लैके अक्सर सवाल उठते ने कि किस नूं वोट पाई जाए, किहड़ा साडा उम्मीदवार होवे, जे इह माड़े ने तां फिर चंगा कौन है। इस करके कोशिश की है कि इस उत्ते चर्चा की जाए। इह चर्चा अगे भी जारी रहेगी ताकि सवालों के जवाब मिल सकन। ਵੱਖ-ਵੱਖ विद्वान इस बारे की सोचते ने। तुसीं अपने विचार कमेंट जरूर करियो। तक पंजाब नूं सबसक्राइब करो। मैनूं इजाजत दिओ। धन्नवाद।